बार-बार जब भी उन्हां उत्ते कोई तंज कसिया जाता है तो वो कहते कि मुहब्बत की दुकान मैं खोलांगा, तुसी भी इत्थे खोले, की कुछ हो रहा है इस मुहब्बत की दुकान? वो कहते सी कि भी देश का जिहड़ा अपना पॉलिटिकल इन्वायरमेंट है ना वो बहुत जहर घोलिया होया है। ਉਹੀ ਸੰਦੇਸ਼ ਅਸੀਂ ਇਸ ਯੂਨੀਵਰਸਿਟੀ ਦੇ ਕੈਂਪਸ 'ਚੋਂ ਸਟੂਡੈਂਟ ਸੈਂਟਰ ਤੋਂ ਅੱਜ ਦੇਣਾ ਚਾਹੁੰਦੇ ਹਾਂ। ਅਸੀਂ ਜਿੰਨਾ ਚਿਰ ਇੱਥੇ ਕਾਉਂਸਲ 'ਚ ਹੈ ਮੁਹੱਬਤ ਦੀ ਦੁਕਾਨ ਚੱਲਦੀ ਰਹੂਗੀ। ਤੁਹਾਨੂੰ ਕੀ ਲੱਗਦਾ ਹੈ ਅਗਲੇ ਸਾਲ ਵੀ ਇਸੇ ਤਰੀਕੇ ਨਾਲ ਵੰਡੋਗੇ, ਕਿਉਂਕਿ ਲੋਕ ਸਭਾ ਚੋਣਾਂ ਨੇ ਕਾਂਗਰਸ ਤੁਸੀਂ ਕਿਹਾ ਸੀ ਆਗਾਜ਼ ਹੋ ਚੁੱਕਿਆ ਹੈ? ਅਸੀਂ ਕੋਈ ਲੀਡਰਾਂ ਤੋਂ ਫੋਨ ਕਰਾ ਕੇ ਨਹੀਂ, ਕੋਈ ਧੱਕਾ ਜ਼ੋਰ ਜ਼ਬਰਦਸਤੀ ਕਰਾ ਕੇ, ਕੋਈ ਪੈਸੇ ਵੰਡ ਕੇ ਵੋਟ ਨਹੀਂ ਲਈ। 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੈ, ਤੁਸੀਂ ਕਿਹਾ ਸੀ ਕਾਂਗਰਸ ਦੇ ਜਿੱਤ ਦਾ ਆਗਾਜ਼ ਹੋ ਚੁੱਕਿਆ ਹੈ। ਸ਼ੇਅਰ ਕਰ ਰਹੇ ਨੇ, ਲੋਕਾਂ 'ਚ ਪਹੁੰਚਾ ਰਹੇ ਨੇ ਤੇ ਇੱਕ ਪੋਜ਼ਿਟਿਵ ਇਨਵਾਇਰਨਮੈਂਟ ਮੈਨੂੰ ਲੱਗਦਾ 24 'ਚ ਚੰਗਾ ਸੁਨੇਹਾ ਕਰ ਲੇਗਾ। ਤੇ ਹੁਣ ਸ਼ੁਰੂਆਤ ਬੀਜੇਪੀ ਦੀ ਹੈ ਕਿ 2024 ਦੇ ਵਿੱਚ ਬੀਜੇਪੀ ਆ ਰਹੀ ਹੈ, ਜਿਹੜੀ ਤੁਸੀਂ ਇੱਥੇ ਗੱਲ ਕਹੀ ਸੀ ਉਹੀ ਉੱਥੇ ਹੋਈ ਹੈ। ਮੈਂ ਉਹ ਦੇਖਿਆ ਕਿ ਘੱਟੋ ਘੱਟ 2000 ਤੋਂ ਲੈ ਕੇ 2500 ਟੀਚਰ ਆਰਐਸਐਸ ਦੁਆਰਾ ਭਰਤੀ ਕੀਤੇ ਗਏ ਆ ਡਾਇਰੈਕਟ। एक उन्होंने जित का कारण है कि करके वो जित गए। एससी स्कॉलरशिप का एक बड़ा मुद्दा रहा है कि पंजाब की पिछली सरकारों ने भी उन्होंने बकाया नहीं दिता। फिलहाल फंड्स का की हिसाब किताब है यूनिवर्सिटी? मैम वो रुक गए, वो गए हुण वो नहीं आता फंड फुंड। CYS जित जाती तो इन्होंने फंड रिलीज कर देना सी। भावें कांग्रेस की सरकार हो, उन्होंने भी पैसे दिते, हर एक सरकार ने पैसे दिते हैं, तो ये कोई न्यारे नहीं आ गए, इन्होंने भी देना ही पेगा। जाओगे मिलन मुख्यमंत्री नूं गलबात करोगे? बिल्कुल, ਅਸੀਂ ਆਪਣੇ ਵੱਲੋਂ ਸੰਦੇਹਾ ਕਰ ਲਾਂਗੇ। ਅਗਰ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਮਨਾਉਣਾ ਵੀ ਜਾਣਦੇ ਹਾਂ। पंजाब यूनिवर्सिटी चोणा दे विच इस बारी NSUI ने जिहड़ी है प्रधानगी काबिज कीती सीगी ते जतिंदर जिहड़े हैं उन्हां दे उम्मीदवार सीगे जिते। उन्होंने कहा सी कि मैं मुहब्बत की दुकान खोलांगा पंजाब यूनिवर्सिटी दे विच, ते अज दुकान खुल गई है। जतिंदर साडे नाल ने। जतिंदर, जिस तरीके नाल राहुल गांधी जिहड़े हैं उन्होंने भारत जोड़ो यात्रा की ते बार-बार जब भी उन्हां उत्ते कोई तंज कसिया जाता है तो वो कहते कि मुहब्बत की दुकान मैं खोलांगा, तुसी भी इत्थे खोले, की कुछ हो रहा है इस मुहब्बत की दुकान दे? मैम एक राहुल गांधी जी जो भारत जोड़ो यात्रा करते सी वो कहते सी कि भी देश का जिहड़ा अपना पॉलिटिकल इन्वायरमेंट है ना वो बहुत जहर घोलिया होया दूजे पार्टियां ने। तो वो कहते सी आपां ये जहर हटाउणा ते मुहब्बत वंडनी है, लोकां विच मुहब्बत का एक संदेश देना। ਉਹੀ संदेश ਅਸੀਂ इस यूनिवर्सिटी के कैंपस 'ਚੋਂ स्टूडेंट सेंटर तो अज देना चाਹੁੰਦੇ ਹਾਂ ਸਾਰੇ स्टूडेंट्स ਨੂੰ कि ਇੱਥੇ ਜਿਹੜੀ ਦੂਜੀ ਪਾਰਟੀਆਂ ਸੀ ਜਿਨ੍ਹਾਂ ਨੇ ਮੰਤਰੀ ਸ਼ੰਤਰੀ ਬੁਲਾ ਕੇ ਇੱਥੇ ਨਸ਼ੇ ਨੁਸ਼ੇ ਵੰਡ ਕੇ ਜ਼ੋਰ ਜਵਾਬ ਪਾ ਕੇ ਲੋਕਾਂ ਨੂੰ ਦਬਾਇਆ ਹੋਇਆ ਸੀ, ਅਸੀਂ ਉਹ ਸਾਰੀ ਨੈਗੇਟਿਵਿਟੀ ਇਸ ਕੈਂਪਸ ਤੋਂ ਭੇਜ ਕੇ ਇੱਥੇ ਪੋਜ਼ਿਟਿਵਿਟੀ ਲੈ ਕੇ ਆਉਣਾ ਚਾਹੁੰਦੇ ਹਾਂ। ਤੇ ਇੱਕ ਸਿੰਬੋਲਿਕ ਸਾਡੀ ਮੁਹੱਬਤ ਦੀ ਦੁਕਾਨ ਉਹ ਕੈਂਪਸ ਪਰਮਾਨੈਂਟ ਖੁੱਲ ਗਈ ਹੈ। ਮੈਂ ਅੱਜ ਨਹੀਂ ਖੁੱਲੀ, ਪਰਮਾਨੈਂਟ ਖੁੱਲੀ ਹੋਈ ਹੈ। ਅਸੀਂ ਜਿੰਨਾ ਚਿਰ ਇੱਥੇ ਕਾਉਂਸਲ 'ਚ ਹੈ ਮੁਹੱਬਤ ਦੀ ਦੁਕਾਨ ਚੱਲਦੀ ਰਹੂਗੀ। ਤੇ ਇੱਥੇ ਅਸੀਂ ਸਾਰੇ ਸਟੂਡੈਂਟ ਦਾ ਧੰਨਵਾਦ ਕੀਤਾ, ਡੀਜੇ ਲਾਇਆ, ਨਾਲੇ ਲੱਡੂ ਵੀ ਵੰਡੇ ਉਹਨਾਂ ਨੂੰ। ਮਿਠਾਈ ਖਿਲਾ ਰਹੇ ਹੋ, ਇਹ ਮਿਠਾਈ ਤੁਹਾਨੂੰ ਕੀ ਲੱਗਦਾ ਹੈ ਅਗਲੇ ਸਾਲ ਵੀ ਇਸੇ ਤਰੀਕੇ ਨਾਲ ਵੰਡੋਗੇ, ਕਿਉਂਕਿ ਲੋਕ ਸਭਾ ਚੋਣਾਂ ਨੇ ਕਾਂਗਰਸ ਤੁਸੀਂ ਕਿਹਾ ਸੀ ਆਗਾਜ਼ ਹੋ ਚੁੱਕਿਆ ਹੈ? ਮੈਮ ਦੇਖੋ ਸਟੂਡੈਂਟਸ ਬਹੁਤ ਸਮਝਦਾਰ ਹੈ। ਜੇ ਤਾਂ ਅਸੀਂ ਸਾਰੇ ਵਾਅਦੇ, ਸਾਨੂੰ ਸਟੂਡੈਂਟਸ ਨੇ ਸਾਡੇ ਏਜੰਡਾ ਤੇ ਵੋਟ ਕੀਤਾ, ਅਸੀਂ ਕੋਈ ਲੀਡਰਾਂ ਤੋਂ ਫੋਨ ਕਰਾ ਕੇ ਨਹੀਂ, ਕੋਈ ਧੱਕਾ ਜ਼ੋਰ ਜ਼ਬਰਦਸਤੀ ਕਰਾ ਕੇ, ਕੋਈ ਪੈਸੇ ਵੰਡ ਕੇ ਵੋਟ ਨਹੀਂ ਲਈ। ਉਹਨਾਂ ਨੂੰ ਮੁੱਦੇ ਦੱਸੇ, ਲੋਕਾਂ ਨੇ ਸਾਡੇ ਮੁੱਦਿਆਂ 'ਚ ਬਿਲੀਵ ਕੀਤਾ ਤੇ ਉਹਨਾਂ ਨੇ ਵੋਟ ਕੀਤੀ। ਹੁਣ ਜੇ ਉਹਨਾਂ ਦੇ ਮੁੱਦੇ ਪੂਰੇ ਕਰਕੇ ਦਿੰਨੇ ਆ ਤਾਂ ਅਗਲੇ ਸਾਲ ਵੀ ਇੱਕ ਠੋਕ ਕੇ ਕਹਿਣਾ ਕਿ ਜਿੱਤਾਂਗੇ ਇਲੈਕਸ਼ਨ 100% NSUI ਜਿੱਤੂਗੀ। ਜੇ ਮੁੱਦੇ ਨਹੀਂ ਪੂਰੇ ਕਰਾ ਪਾਏ ਤਾਂ ਫਿਰ ਸਟੂਡੈਂਟ ਦੀ ਮਰਜ਼ੀ, ਸਟੂਡੈਂਟ ਨਹੀਂ ਕਰ ਪਾਏਗਾ। ਮਤਲਬ 2024 ਦੇ ਵਿੱਚ ਲੋਕ ਸਭਾ ਇਲੈਕਸ਼ਨ ਹੈ, ਤੁਸੀਂ ਕਿਹਾ ਸੀ ਕਾਂਗਰਸ ਦੇ ਜਿੱਤ ਦਾ ਆਗਾਜ਼ ਹੋ ਚੁੱਕਿਆ ਹੈ। ਮੈਮ 2024 ਦਾ ਵੀ ਅਗਰ ਮੈਂ ਗੱਲ ਕਰਾਂ ਤਾਂ ਦੇਸ਼ ਵਿੱਚ ਇੱਕ ਦੇਖੋ ਤੁਸੀਂ ਇਸ ਯੂਨੀਵਰਸਿਟੀ ਤੋਂ ਹੀ ਮੈਸੇਜ ਜਾਂਦਾ ਹੈ। ਦਿੱਲੀ ਯੂਨੀਵਰਸਿਟੀ ਦੀ ਵੀ ਗੱਲ ਕਰੀਏ, ਉੱਤੇ ਪੂਰਾ ਤੰਤਰ ਬੀਜੇਪੀ ਦਾ ਪੂਰਾ ਤੰਤਰ ਲੱਗਿਆ ਹੋਇਆ ਸੀ, ਪੂਰੀ ਐਡਮਿਨਿਸਟ੍ਰੇਸ਼ਨ ਲੱਗੀ ਸੀ। 2000 ਤੋਂ ਜ਼ਿਆਦਾ ਭਰਤੀਆਂ ਸੀ ਦਿੱਲੀ ਯੂਨੀਵਰਸਿਟੀ 'ਚ RSS ਦੁਆਰਾ, ਫਿਰ ਵੀ ਉੱਥੇ ਵਾਈਸ ਪ੍ਰੈਜ਼ੀਡੈਂਟ ਜਿੱਤ ਕੇ ਆਏ ਆ। 3000 ਦੀ ਸਿਰ ਮਾਰਜਨ ਤੋਂ ਪ੍ਰਧਾਨ ਆ ਰਹੇ ਆ। ਤਾਂ ਇੱਕ ਪੋਜ਼ਿਟਿਵ ਮੈਸੇਜ ਆਪਣੇ ਦੇਸ਼ 'ਚ ਇੰਡੀਆ 'ਚ ਚੱਲ ਪਿਆ ਹੈ ਕਿ ਲੋਕ ਜਿਹੜੀ ਮੁਹੱਬਤ ਦੀ ਦੁਕਾਨ ਹੈ ਉਹ 'ਚ ਆ ਰਹੇ ਨੇ ਤੇ ਮੁਹੱਬਤ ਨੂੰ ਸ਼ੇਅਰ ਕਰ ਰਹੇ ਨੇ, ਲੋਕਾਂ 'ਚ ਪਹੁੰਚਾ ਰਹੇ ਨੇ ਤੇ ਇੱਕ ਪੋਜ਼ਿਟਿਵ ਇਨਵਾਇਰਨਮੈਂਟ ਮੈਨੂੰ ਲੱਗਦਾ 24 'ਚ ਚੰਗਾ ਸੁਨੇਹਾ ਕਰ ਲੇਗਾ। ਟੂਸੂ ਦੇ ਇਲੈਕਸ਼ਨਸ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ABVP ਆ ਗਈ ਹੈ, ਉੱਥੇ ਕਾਬਿਜ਼ ਹੋਏ ਨੇ ਪ੍ਰੈਜ਼ੀਡੈਂਟ ਜਿਹੜੇ ਨੇ, ਤੇ ਹੁਣ ਸ਼ੁਰੂਆਤ ਬੀਜੇਪੀ ਦੀ ਹੈ ਕਿ 2024 ਦੇ ਵਿੱਚ ਬੀਜੇਪੀ ਆ ਰਹੀ ਹੈ ਨੇ। ਜਿਹੜੀ ਤੁਸੀਂ ਇੱਥੇ ਗੱਲ ਕਹੀ ਸੀ ਉਹੀ ਉੱਥੇ ਹੋਈ ਹੈ। ਕੀ ਕਾਰਨ ਮੰਨਦੇ ਹੋ ਕਿ ਉੱਥੇ ਜਿਹੜੇ ਸਟੂਡੈਂਟਸ ਨੇ ਪ੍ਰੈਫਰ ਕੀਤਾ ABVP? ਮੈਮ ਦੇਖੋ ਇੱਕ ਚੀਜ਼ ਤਾਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਪਿਛਲੇ ਸਾਲ ਵੀ ਉੱਥੇ ਜਦੋਂ ਇਲੈਕਸ਼ਨਸ ਪਹਿਲਾਂ ਹੋਏ ਸੀ ਕੋਵਿਡ ਤੋਂ ਪਹਿਲਾਂ 19000 ਦੀ ਲੀਡ ਨਾਲ ABVP ਜਿੱਤੀ ਸੀ। ਇਸ ਵਾਰ ਸਿਰਫ 3000 ਦੀ ਲੀਡ ਰਹੀ ਪ੍ਰੈਜ਼ੀਡੈਂਟ ਤੇ ਦੂਜਾ ਵਾਈਸ ਪ੍ਰੈਜ਼ੀਡੈਂਟ ਤਾਂ NSUI ਜਿੱਤੀ ਗਈ। ਹਰ ਜਿਹੜਾ ਕੈਂਪਸ ਆ ਉਹਦਾ ਇਨਵਾਇਰਨਮੈਂਟ ਕੁਛ ਅੱਡ ਹੈ। ਮੈਂ ਮੰਨਦਾ ਉੱਥੇ ਜਦੋਂ ਮੈਂ ਗਿਆ, ਮੈਂ ਉੱਥੇ ਆਪ 2-4 ਦਿਨ ਲਾ ਕੇ ਆਇਆ, ਕੋਈ ਸ਼ਰਮਾਉਣ ਦੀ ਗੱਲ ਨਹੀਂ। ਉੱਥੇ ਅਸੀਂ ਪੋਜ਼ਿਟਿਵ ਮੈਸੇਜ ਦੇਣਾ ਸੀਗਾ ਤਾਂ ਮੈਂ ਉੱਥੇ ਗਿਆ, ਉੱਥੇ ਵੀ ਅਸੀਂ ਕੰਮ ਕਰਨਾ ਸੀ, ਮੁੱਦੇ ਲੈ ਕੇ ਜਾਣੇ ਸੀ।
ਮੈਂ ਉੱਥੇ ਦੇਖਿਆ ਕਿ ਘੱਟੋ ਘੱਟ 2000 ਤੋਂ ਲੈ ਕੇ 2500 ਟੀਚਰ ਆਰਐਸਐਸ ਦੁਆਰਾ ਭਰਤੀ ਕੀਤੇ ਗਏ ਆ ਡਾਇਰੈਕਟ, ਜਿਹੜੇ ਨੋਮੀਨੇਟ ਕਰਕੇ ਕਿ ਇਹ ਅਸਿਸਟੈਂਟ ਪ੍ਰੋਫੈਸਰ ਲੱਗਣਗੇ। ਸੇਮ ਚੀਜ਼ ਉੱਥੇ ਦੇ ਰਿਸਰਚ ਸਕਾਲਰਸ ਨਾਲ ਹੋ ਰਹੀ ਹੈ। ਜੇ ਉਹਦਾ ਬੈਕਗ੍ਰਾਉਂਡ ਸੰਘੀ ਹੈ, ਸੰਘੀ ਪਰਿਵਾਰ ਤੋਂ ਆਉਂਦਾ ਤਾਂ ਉਹਨੂੰ ਪੀਐਚਡੀ ਲਈ ਇਨਰੋਲ ਕਰਾ ਲੈਣਗੇ, ਅਦਰਵਾਈਜ਼ ਉਹਦੀ ਪੀਐਚਡੀ ਇਨਰੋਲਮੈਂਟ ਰੋਕ ਲੈਣਗੇ। ਤਾਂ ਆਹ ਜਿਹੜਾ ਪੂਰਾ ਐਡਮਿਨਿਸਟ੍ਰੇਸ਼ਨ ਦਾ ਤੰਤਰ ਨਾਲ ਲੱਗਿਆ ਹੋਇਆ ਸੀ, ਇਹ ਇੱਕ ਉਹਨਾਂ ਦੀ ਜਿੱਤ ਦਾ ਕਾਰਨ ਹੈ ਕਿ ਤਾਂ ਕਰਕੇ ਉਹ ਜਿੱਤ ਗਏ। ਅਦਰਵਾਈਜ਼ ਮੈਨੂੰ ਲੱਗਦਾ ਕਿ ਸਟੂਡੈਂਟ ਜਿਹੜਾ ਜੈਨੂਇਨ ਵੋਟਰ ਸੀ, ਉਹਨੇ ਐਨਐਸਏ ਨੂੰ ਤੇ ਉੱਥੇ ਕਾਂਗਰਸ ਨੂੰ ਪੂਰਾ ਹੰਕਾਰਾ ਦਿੱਤਾ ਤੇ ਚੰਗੀ ਵੋਟ ਪਈ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਸੀਗਾ ਹੌਸਟਲ ਵਾਸਤੇ, ਕਿੱਥੇ ਚੱਲ ਰਿਹਾ ਪਾਈਪਲਾਈਨ ਦੇ ਵਿੱਚ ਦੇਖ ਰਹੇ ਹੋ ਉਸ ਤੋਂ। ਤੇ ਐਸਸੀ ਸਕਾਲਰਸ਼ਿਪ ਦਾ ਇੱਕ ਬੜਾ ਮੁੱਦਾ ਰਿਹਾ ਹੈ ਕਿ ਪੰਜਾਬ ਦੀ ਪਿਛਲੀ ਸਰਕਾਰਾਂ ਨੇ ਵੀ ਉਹਨਾਂ ਦਾ ਬਕਾਇਆ ਨਹੀਂ ਦਿੱਤਾ। ਫਿਲਹਾਲ ਫੰਡਸ ਦਾ ਕੀ ਹਿਸਾਬ ਕਿਤਾਬ ਹੈ ਯੂਨੀਵਰਸਿਟੀ? ਮੈਮ ਉਹ ਗਏ ਹੁਣ ਉਹ ਨਹੀਂ ਆਉਂਦਾ ਫੰਡ ਉਹ ਸੀਵਾਈਐਸਐਸ ਜਿੱਤ ਜਾਂਦੀ ਤਾਂ ਇਹਨਾਂ ਨੇ ਫੰਡ ਰਿਲੀਜ਼ ਕਰ ਦੇਣਾ ਸੀ। ਹੁਣ ਇਹ ਕਹਿਣਗੇ ਕਿ ਜਦ ਸੀਵਾਈਐਸਐਸ ਨੂੰ ਦੁਬਾਰਾ ਜਿਤਾਉਂਗੇ ਤਾਂ ਫੰਡ ਦੇਵਾਂਗੇ। ਐਸਸੀ ਸਕਾਲਰਸ਼ਿਪ ਦੀ ਵੀ ਗੱਲ ਕਰ ਲਓ, ਕਿਉਂਕਿ ਐਨਐਸਏ ਆ ਗਈ ਪਾਵਰ 'ਚ ਇੱਥੇ ਕੈਂਪਸ 'ਚ, ਤਾਂ ਹੁਣ ਉਹਨਾਂ ਨੇ ਐਸਸੀ ਵੀ ਰੋਕਤਾ। ਮੈਨੂੰ ਤਾਂ ਲੱਗਦਾ ਉਹ ਵੀ ਅਗਲੇ ਏਜੰਡਾ 'ਚ ਲਿਆਉਣਗੇ ਕਿ ਐਤਕੀ ਸਾਨੂੰ ਸੀਵਾਈਐਸਐਸ ਨੂੰ ਜਿਤਾਇਆ ਤਾਂ ਐਸਸੀ ਦੀ ਆਪਾਂ ਕਮਿਊਨਿਟੀ ਦੀ ਫੀਸ ਮਾਫ ਕਰ ਦਾਂਗੇ। ਤੇ ਉਹ ਤਾਂ ਇਹਨਾਂ ਸਾਰਿਆਂ ਨੂੰ ਮੁੱਦੇ ਬਣਾਈ ਫਿਰਦੇ ਆ, ਜੋ ਕਿ ਉਹਨਾਂ ਦੀ ਮੋਰਲ ਰਿਸਪੌਂਸਿਬਿਲਿਟੀ ਹੈ। ਇਹ ਸੀਵਾਈਐਸਐਸ ਜਿੱਤੇ, ਐਨਐਸਏ ਜਿੱਤੇ, ਕੋਈ ਵੀ ਜਿੱਤੇ, ਇਹ ਇਸ ਤੋਂ ਉੱਤੇ ਉੱਠ ਕੇ ਉਹਨਾਂ ਨੂੰ ਇਹ ਕੰਮ ਕਰਨਾ। 40% ਸਟੇਕ ਤੁਸੀਂ ਕਾਹਤੋਂ ਲੈ ਰਹੇ ਹੋ ਜੇ ਤੁਸੀਂ ਕੰਮ ਹੀ ਨਹੀਂ ਕਰਨਾ ਚਾਹੁੰਦੇ? ਇਹ ਕੰਮ ਤਾਂ ਉਹਨਾਂ ਨੂੰ ਵੈਸੇ ਵੀ ਕਰਨੇ ਚਾਹੀਦੇ ਆ, ਭਾਵੇਂ ਇੱਥੇ ਇਲੈਕਸ਼ਨਸ ਹੋਣ ਨਾ ਹੋਣ। ਉਹਨਾਂ ਨੂੰ ਇੱਥੇ ਦੇ ਕੈਂਪਸ ਲਈ ਕੰਮ ਕਰਨਾ ਹੈ, ਹੋਸਟਲ ਬਣਾਉਣੇ ਆ, ਚਾਹੇ ਸਟੂਡੈਂਟ ਸੈਂਟਰ 'ਚ ਕੰਮ ਕਰਨਾ ਹੈ, ਚਾਹੇ ਵਾਸ਼ਰੂਮਸ ਕੰਮ ਕਰਨਾ, ਉਹ ਕੰਮ ਕਰਨੇ ਹੀ ਕਰਨੇ ਆ। ਤੇ ਐਸਸੀ ਸਕਾਲਰਸ਼ਿਪ ਦਾ ਜਿਹੜਾ ਇਸ਼ੂ ਹੈ, ਸਾਲਾਂ ਤੋਂ ਕੈਂਪਸ ਵਿੱਚ ਮਿਲ ਰਿਹਾ, ਚੱਲ ਵੀ ਰਿਹਾ, ਕਿਤੇ ਕਿਸੇ ਦੀ ਰੁਕਦੀ ਹੈ ਪਰ ਮਿਲ ਜਾਂਦੀ ਹੈ ਐਟ ਦੀ ਐਂਡ। ਪਰ ਇਹ ਕਹਿ ਦੇਣਾ ਕਿ ਹੁਣ ਅਸੀਂ ਪੈਸੇ ਨਹੀਂ ਦੇ ਰਹੇ ਤੇ ਐਸਸੀ ਸਟੂਡੈਂਟ ਆਪ ਹੀ ਭਰਨ ਹੁਣ ਤੋਂ, ਇਹ ਬਹੁਤ ਨੈਗੇਟਿਵ ਮੈਸੇਜ ਹੈ ਉਹਨਾਂ ਵੱਲੋਂ। ਤੇ ਉਹਨਾਂ ਨੂੰ ਇਹ ਚੀਜ਼ ਨਹੀਂ ਕਰਨੀ ਚਾਹੀਦੀ। ਹਮੇਸ਼ਾ ਹੀ ਸਰਕਾਰਾਂ ਨੇ, ਭਾਵੇਂ ਕਾਂਗਰਸ ਦੀ ਸਰਕਾਰ ਹੋ, ਉਹਨਾਂ ਨੇ ਵੀ ਪੈਸੇ ਦਿੱਤੇ ਆ, ਹਰ ਇੱਕ ਸਰਕਾਰ ਨੇ ਪੈਸੇ ਦਿੱਤੇ ਆ। ਤੇ ਇਹ ਕੋਈ ਨਿਆਰੇ ਨਹੀਂ ਆ ਗਏ, ਇਹਨਾਂ ਨੂੰ ਵੀ ਦੇਣਾ ਹੀ ਪਏਗਾ। ਜੇ ਨਹੀਂ ਦੇਣਗੇ ਤਾਂ ਅਸੀਂ ਵੀ ਇੱਥੇ ਬੈਠੇ ਹਾਂ, ਅਸੀਂ ਵੀ ਇਹਨਾਂ ਦੇ ਖਿਲਾਫ ਸੰਘਰਸ਼ ਕਰਾਂਗੇ। ਜਾਓਗੇ ਮਿਲਣ ਮੁੱਖ ਮੰਤਰੀ ਨੂੰ, ਗੱਲਬਾਤ ਕਰੋਗੇ? ਬਿਲਕੁਲ, ਅਸੀਂ ਆਪਣੇ ਵੱਲੋਂ ਸੰਦੇਹਾ ਘੱਲਾਂਗੇ ਕਿ ਆ ਜਿਹੜੇ ਮੁੱਦੇ ਤੁਸੀਂ ਜਿਹੜੇ 50 ਕਰੋੜ ਕਹੇ ਆ, ਇਹ ਤੁਸੀਂ ਸਟੂਡੈਂਟਸ ਨੂੰ ਪਹੁੰਚਾਓ। ਸਟੂਡੈਂਟਸ ਨਹੀਂ, ਮਤਲਬ ਯੂਨੀਵਰਸਿਟੀ ਤੱਕ ਪਹੁੰਚਾਓ, ਤਾਂ ਕਿ ਸਟੂਡੈਂਟਸ ਨੂੰ ਉਹਨੂੰ ਫੈਸਿਲਿਟੀ ਮਿਲ ਸਕੇ ਹੋਸਟਲ ਦੀ। ਦੂਜਾ ਜਿਹੜਾ ਐਸਸੀ ਸਕਾਲਰਸ਼ਿਪ ਹੈ, ਇਹਦੇ ਲਈ ਵੀ ਕਵਾਂਗੇ ਕਿ ਇਹ ਜਲਦ ਤੋਂ ਜਲਦ ਬਹਾਲ ਕੀਤੀ ਜਾਵੇ। ਨਹੀਂ ਫਿਰ ਅਸੀਂ, ਅਗਰ ਤੁਸੀਂ ਨਹੀਂ ਮੰਨਦੇ ਤਾਂ ਫਿਰ ਅਸੀਂ ਮਨਾਉਣਾ ਵੀ ਜਾਣਦੇ ਹਾਂ। ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਸੀਗੇ ਇਸ ਇਲੈਕਸ਼ਨਸ ਦੇ, ਐਮਐਲਏ ਧੋਸ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਇਸ ਵੇਲੇ ਜਿਹੜਾ ਸਿਨੈਰੀਓ ਸੀਗਾ ਇਲੈਕਸ਼ਨ ਦੇ ਵਿੱਚ, ਆਲ ਵਰਸਸ ਸੀਵਾਈਐਸਐਸ ਸੀਗਾ ਤੇ ਸਾਜ਼ਿਸ਼ ਕੀਤੀ ਸਾਰਿਆਂ ਨੇ, ਤਾਂ ਕਰਕੇ ਕਿਤੇ ਪਾਰਟੀ। ਮੈਮ ਉਹ ਬੇਵਕੂਫ ਮੰਨਦੇ ਆ ਸਟੂਡੈਂਟਸ ਨੂੰ, ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਨੂੰ ਬੇਵਕੂਫ ਮੰਨਦੇ ਕਿ ਸਾਜ਼ਿਸ਼ ਕਰ ਦੇਂਗੇ ਤੇ ਬੱਚਾ ਜਾ ਕੇ ਵੋਟ ਪਾਇਆ ਹੋਊਗਾ। ਇੰਨਾ ਬੇਵਕੂਫ ਬੱਚਾ ਤਾਂ ਇੱਥੇ ਦਾ ਹੈ ਨਹੀਂ, ਮੈਰੀਟੋਰੀਅਸ ਸਟੂਡੈਂਟ ਹੈ, ਚੰਗੇ ਐਗਜ਼ਾਮ ਦੇ ਕੇ ਜਿਹੜੇ ਟੌਪ ਰੈਂਕਰਸ ਹੁੰਦੇ ਉਹ ਇੱਥੇ ਆਉਂਦੇ, ਤਾਂ ਉਹਨਾਂ ਦਾ ਦਿਮਾਗ ਵੀ ਹੋਊਗਾ, ਉਹਨਾਂ ਨੂੰ ਪਤਾ ਹੋਊਗਾ ਵੋਟ ਕਿੱਥੇ ਪਾਉਣੀ ਹੈ। ਐਦਾਂ ਤਾਂ ਨਹੀਂ ਕਿ ਵੀ ਕੋਈ ਵੀ ਸਾਜ਼ਿਸ਼ ਹੋ ਗਈ ਤੇ ਚਲੋ ਜੀ ਵੋਟ ਪਾਇਆ ਹੀ ਹੈ, ਇਹਨਾਂ ਦੇ ਖਿਲਾਫ ਹੋ ਗਏ। ਐਦਾਂ ਕੁਝ ਨਹੀਂ। ਐਦਾਂ ਤਾਂ ਫਿਰ ਸਾਜ਼ਿਸ਼ ਹਰ ਸਾਲ ਕਿਸੇ ਨਾ ਕਿਸੇ ਪਾਰਟੀ ਨਾਲ ਹੁੰਦੀ ਹੈ, ਤਾਂ ਕੋਈ ਵੀ ਕੁਝ ਵੀ ਬੋਲ ਦੇਗਾ। ਇਹ ਛੋਟੀ ਛੋਟੀ ਗੱਲਾਂ ਹੈ। ਇੱਦਾਂ ਕੁਝ ਵੀ ਬਣਾਉਣਾ ਹੈ ਕਿ ਕਿਸੇ ਤਰ੍ਹਾਂ ਆਪਣੇ ਆਪ ਨੂੰ ਡਿਫੈਂਡ ਕਰ ਲਈਏ। ਹਾਰ ਐਕਸੈਪਟ ਕਰਨ ਦਾ ਜਿਹੜਾ ਜਿਗਰਾ ਹੁੰਦਾ ਨਾ, ਉਹ ਨਹੀਂ ਹੈ ਇਹਨਾਂ 'ਚ। ਉਹ ਨਹੀਂ ਮੰਨ ਸਕਦੇ ਕਿ ਵੀ ਅਸੀਂ ਇਸ ਕੈਂਪਸ ਵਿੱਚ ਗੰਦ ਪਾਤਾ ਸੀ, ਸ਼ਰਾਬ ਵੰਡੀ, ਪੈਸੇ ਵੰਡੇ, ਮੰਤਰੀ ਸ਼ੰਤਰੀ ਸਾਰੇ ਇੱਥੇ ਘੁਮਾਤੇ। ਇਹ ਚੀਜ਼ਾਂ ਸਟੂਡੈਂਟ ਨੇ ਲਾਈਕ ਨਹੀਂ ਕਰੀਆਂ, ਇਹ ਬੋਲਣਾ ਚਾਹੀਦਾ ਉਹਨਾਂ ਨੂੰ। ਇਹ ਚੀਜ਼ਾਂ ਸਟੂਡੈਂਟ ਨੇ ਲਾਈਕ ਨਹੀਂ ਕਰੀਆਂ ਤਾਂ ਸਾਡੇ ਖਿਲਾਫ ਡਿਸੀਜਨ ਦਿੱਤਾ ਹੈ। ਤੇ ਚੰਗੇ ਵਧੀਆ ਪੜ੍ਹਨ ਲਿਖਣ ਵਾਲੇ ਸਟੂਡੈਂਟ ਹੈ, ਉਹਨਾਂ ਨੇ ਏਜੰਡਾ ਦੇਖਿਆ, ਸੁਣਿਆ, ਸਮਝਿਆ ਤੇ ਉਹਦੇ ਨਾਂ ਤੇ ਵੋਟ ਕੀਤੀ ਹੈ। ਬਹੁਤ ਬਹੁਤ ਤੇ ਇਸੇ ਕੇ ਸਾਡੇ ਨਾਲ ਜਤਨ, ਜਿਨ੍ਹਾਂ ਨੇ ਕਿਹਾ ਕਿ ਸਟੂਡੈਂਟਸ ਨੇ ਉਹਨਾਂ ਨੂੰ ਚੁਣਿਆ ਹੈ, ਉਹਨਾਂ ਦੇ ਮੁੱਦੇ ਦੇਖ ਕੇ ਉਹਨਾਂ ਨੂੰ ਇਹ ਲੱਗਿਆ ਕਿ ਕੰਮ ਕੌਣ ਕਰੇਗਾ ਤੇ ਮੁਹੱਬਤ ਦੀ ਦੁਕਾਨ ਉਹਨਾਂ ਵੱਲੋਂ ਖੋਲੀ ਗਈ ਹੈ। ਤੇ ਸ਼ੁਰੂਆਤ ਅੱਜ ਹੈ ਤੇ ਇਸ ਤੋਂ ਇਲਾਵਾ ਜਿਹੜੀ ਸ਼ੁਰੂਆਤ ਅੱਗੇ ਤੱਕ ਜਾਏਗੀ, ਜਿੱਥੇ ਵਿਦਿਆਰਥੀਆਂ ਦੀ ਜਿਹੜੀ ਵੀ ਪਰੇਸ਼ਾਨੀਆਂ ਹੋਣਗੀ ਉਹਨਾਂ ਨੂੰ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਇਲਜ਼ਾਮ ਲੱਗ ਰਹੇ ਨੇ ਸਾਜ਼ਿਸ਼ ਤੇ, ਉਹ ਬਿਲਕੁਲ ਬੇਬੁਨਿਆਦ ਹੈ। ਕੈਮਰਾ ਪਰਸਨ ਅਮਿਤ ਦੇ ਨਾਲ ਪੂਜਾ ਵਰਮਾ, ਸਾਂਝਾ ਟੀਵੀ, ਚੰਡੀਗੜ੍ਹ।